ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਕਹਾ ਬੁੱਧ ਪ੍ਰਭ ਤੁਛ ਹਮਾਰੀ ਬਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ। ਮੂਕ ਊਚਰੈ ਸ਼ਾਸਤਰ ਖਟ ਪਿੰਗ ਗਿਰਨ ਚੜ ਜਾਇ। ਅੰਧ ਲਖੈ ਬਦਰੋ ਸੁਣੈ ਜਿਉ ਕਾਲ ਕਿਰਪਾ ਕਰਾਇ। ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂਦੈ ਸਾਹੁ। ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵਿਸਾਹੁ। ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵਿਸਾਹੁ। ਵਾਹਿਗੁਰੂ ਸਾਹਿਬ ਜੀ। ਸੋਰਠ ਇੱਕ ਓੰਕਾਰ ਸਤਿਗੁਰ ਪ੍ਰਸਾਦ। ਬਹੁ ਪਰਪੰਚ ਕਰ ਪਰ ਧਨ ਲਿਆਵੈ ਸੁਤ ਦਾਰਾ ਪਹਿ ਆਨ ਲੁਟਾਵੈ। ਬਹੁ ਪਰਪੰਚ ਕਰ ਪਰ ਧਨ ਲਿਆਵੈ ਸੁਤ ਦਾਰਾ ਪਹਿ ਆਨ ਲੁਟਾਵੈ। ਮਨ ਮੇਰੇ ਭੂਲੇ ਕਪਟ ਨਾ ਕੀਜੈ ਅੰਤ ਨਿਵੇਰਾ ਤੇਰੇ ਜੀ ਪਹਿ ਲੀਜੈ। ਰਹਾਉ ਛਿਨ ਛਿਨ ਤਨ ਛੀਜੈ ਜਰਾ ਜਨਾਵੈ ਤਬ ਤੇਰੀ ਓਕ ਕੋਈ ਪਾਨੀਓ ਨਾ ਪਾਵੈ। ਕਹਿਤ ਕਬੀਰ ਕੋਈ ਨਹੀਂ ਤੇਰਾ ਹਿਰਦੈ ਰਾਮ ਕੀ ਨਾ ਜਪਹਿ ਸਵੇਰਾ। ਸੋਰਠ ਇੱਕ ਓੰਕਾਰ ਸਤਿਗੁਰ ਪ੍ਰਸਾਦ। ਬਹੁ ਪਰਪੰਚ ਕਰ ਪਰ ਧਨ ਲਿਆਵੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਸਾਜੀ ਨਵਾਜੀ ਹੋਈ ਪਰਮ ਸਨਮਾਨ ਅਤੇ ਸਤਿਕਾਰਯੋਗ
ਗੁਰੂ ਰੂਪ ਗੁਰੂ ਸਰੂਪ ਖਾਲਸਾ ਸਾਧ ਸੰਗਤ ਜੀਓ। ਅੰਤਰਜਾਮੀ ਗਰੀਬ ਨਵਾਜ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਜੀ ਦੀ ਅਤਿਅੰਤ ਕਿਰਪਾਲਤਾ ਰਹਿਮਤ ਬਖਸ਼ਿਸ਼ ਦਾ ਸਦਕਾ ਆਪਾਂ ਸਰਬੱਤਰ ਗੁਰਸਿੱਖ ਮਾਈ ਭਾਈ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਚਵਰ ਛਤਰ ਤਖਤ ਦੇ ਮਾਲਕ ਜੁਗੋ ਜੁਗ ਅਟਲ ਗੁਰਬਾਣੀ ਸਰੂਪ ਸਤਿਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਜਿਨ੍ਹਾਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਅੰਮ੍ਰਿਤ ਵੇਲੇ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਕੇ ਸਤ ਸੰਗਤ ਦੁਆਰਾ ਲਾਹੇ ਪ੍ਰਾਪਤ ਕਰ ਰਹੇ ਹਾਂ। ਅੰਮ੍ਰਿਤ ਵੇਲੇ ਸਤਿਗੁਰਾਂ ਦੇ ਪਾਵਨ ਪ੍ਰਕਾਸ਼ ਦੀ ਸੇਵਾ ਹੋਈ ਹੈ। ਉਪਰੰਤ ਨਿਤਨੇਮ ਦੀਆਂ ਬਾਣੀਆਂ ਦੇ ਜਾਪ ਪੜ੍ਹੇ ਸੁਣੇ ਗਏ ਹਨ। ਉਸ ਤੋਂ ਉਪਰੰਤ ਸਤਿਗੁਰਾਂ ਦੀ ਪਾਵਨ ਗੁਰਬਾਣੀ ਦੀ ਚੱਲ ਰਹੀ ਲੜੀਵਾਰ ਕਥਾ, ਉਸ ਦੇ ਵਿੱਚੋਂ ਆਪਾਂ ਸ਼ਬਦ ਨੂੰ ਸਰਵਣ ਕੀਤਾ ਹੈ। ਸੋਰਠ ਰਾਗ ਦੇ ਅੰਦਰ ਭਗਤ ਕਬੀਰ ਸਾਹਿਬ ਜੀ ਦੇ ਉਚਾਰਨ ਕੀਤੇ ਹੋਏ ਸ਼ਬਦਾਂ ਦੇ ਅੰਦਰ ਕਥਾ ਚੱਲ ਰਹੀ ਹੈ। ਇਸ ਪਾਵਨ ਪਵਿੱਤਰ ਸ਼ਬਦ ਦੇ ਅੰਦਰ ਭਗਤ ਕਬੀਰ ਸਾਹਿਬ ਜੀ ਉਪਦੇਸ਼ ਬਖਸ਼ਿਸ਼ ਕਰਦੇ ਹਨ ਇਸ ਸੰਸਾਰ ਦੀ ਝੂਠੀ ਪ੍ਰੀਤੀ ਦਾ। ਇਸ ਸੰਸਾਰ ਦੇ ਨਾਲ ਜੀਵ ਦੀ ਜਿਤਨੀ ਵੀ ਪ੍ਰੀਤੀ ਹੈ ਉਹ ਸਾਰੀ ਹੀ ਝੂਠੀ ਹੈ, ਓੜਕ ਤੱਕ ਅਖੀਰ ਤੱਕ ਸਾਥ ਨਿਭਣ ਵਾਲੀ ਨਹੀਂ ਹੈ। ਜਿੰਨਾ ਤੇਰੇ ਸਰੀਰ ਦੇ ਨਾਲ ਸਾਹ ਪ੍ਰਾਣ ਚੱਲਦੇ ਹੈ ਉਨਾ ਚਿਰ ਕੋਈ ਸਾਥ ਨਿਭਾ ਦਿੰਦਾ, ਪਰ ਇੱਥੋਂ ਤੱਕ ਕਈ ਵਾਰ ਹਾਲਾਤ ਬਣ ਜਾਂਦੇ ਹੈ ਕਿ ਸਰੀਰ 'ਚ ਹੁੰਦਿਆਂ ਹੋਇਆਂ ਜਿਨ੍ਹਾਂ ਨੂੰ ਜੀਵ ਆਪਣੇ ਸਭ ਤੋਂ ਨੇੜੇ ਜਾਣਦਾ ਵੀ ਮੇਰੇ ਹੈ, ਉਹ ਵੀ ਸਾਥ ਛੱਡ ਜਾਂਦੇ ਹੈ, ਜਿਉਂਦੇ ਦੇ ਹੀ ਛੱਡ ਜਾਂਦੇ ਹੈ। ਇਸੇ ਪ੍ਰਕਾਰ ਹੀ ਭਗਤ ਕਬੀਰ ਸਾਹਿਬ ਜੀ ਦੇ ਪਾਸ ਸਤ ਸੰਗਤ ਦੇ ਵਿੱਚ ਕੁਝ ਬਜ਼ੁਰਗ ਆਇਆ। ਉਹਨੇ ਆਪਣੀ ਸਾਰੀ ਵਿਥਿਆ ਸੁਣਾਈ। ਕਹਿਣ ਲੱਗਿਆ, ਭਗਤ ਜੀ ਮੈਂ ਸਾਰੀ ਜ਼ਿੰਦਗੀ ਜਿਹੜਾ ਧਨ ਸੀ ਮਾਇਆ ਸੀ ਉਹ ਲਿਆ ਕੇ ਕਦੇ ਕਿਤੋਂ ਸਭ ਤਰ੍ਹਾਂ ਦੇ ਕਰਮ ਕਰਕੇ ਮੈਂ ਆਪਣੇ ਪਰਿਵਾਰ ਨੂੰ ਦਿੱਤੀ। ਉਹਨਾਂ ਨੂੰ ਸਭ ਨੂੰ ਪਾਲਣਾ ਕੀਤੀ, ਸਭ ਦੇ ਕੰਮਕਾਰ ਤੋਰੇ, ਸਭ ਨੂੰ ਵਿਆਹਿਆ, ਸਾਰੇ ਫਰਜ਼ ਨਿਭਾਏ। ਪਰ ਹੁਣ ਕੀ ਹੈ ਕਿ ਅਖੀਰਲਾ ਸਮਾਂ ਆ ਗਿਆ, ਸਰੀਰ ਕਮਜ਼ੋਰਾ ਹੋ ਗਿਆ ਅਤੇ ਹੁਣ ਤਾਂ ਕੋਈ ਜੇ ਮੈਂ ਓਕ ਕਰਾਂ ਹੱਥ ਦੀ ਪਾਣੀ ਪੀਣ ਵਾਸਤੇ ਤਾਂ ਉਹ ਵੀ ਨਹੀਂ ਕੋਈ ਪਾਉਂਦਾ। ਇੱਦਾਂ ਦੀ ਹਾਲਤ ਹੋ ਗਈ ਹੈ। ਤਾਂ ਭਗਤ ਕਬੀਰ ਸਾਹਿਬ ਜੀ ਫਿਰ ਇਸ ਨੂੰ ਉਪਦੇਸ਼ ਬਖਸ਼ਿਸ਼ ਕਰਦੇ ਹਨ, ਸਰਬ ਦੇ ਲਈ ਸਾਂਝਾ ਉਪਦੇਸ਼ ਕਿ ਮਨ ਮੇਰੇ ਭੂਲੇ ਕਪਟ ਨਾ ਕੀਜੈ, ਅੰਤ ਨਵੇਰਾ ਤੇਰੇ ਜੀ ਪਹਿ ਲੀਜੈ। ਭਗਤ ਕਬੀਰ ਸਾਹਿਬ ਜੀ ਕਹਿੰਦੇ ਕਿ ਤੂੰ ਕਪਟ ਕਰਦਾ ਰਿਹਾ, ਛਲ ਕਰਦਾ ਰਿਹਾ ਕਿ ਪਰਿਵਾਰ ਨੂੰ ਮਾਇਆ ਲਿਆ ਕੇ ਦਿਆਂ, ਪਰ ਜਿਹੜਾ ਨਵੇੜਾ ਹੋਣਾ ਉਹ ਤਾਂ ਤੇਰੇ ਤੋਂ ਹੀ ਲਿਆ ਜਾਣਾ। ਤੇਰੇ ਜੀ ਪਹਿ ਲੀਜੈ, ਤੇਰੀ ਜਿਹੜੀ ਜੀ ਆਤਮਾ ਹੈ, ਜਿੰਦ ਜਾਨ ਹੈ, ਉਸੇ ਨੇ ਹੀ ਲੇਖੇ ਦੇਣੇ ਹੈ। ਕਿਸੇ ਨੇ ਤੇਰਾ ਭਾਈਵਾਲ ਨਹੀਂ ਬਣਨਾ ਵੀ ਅਸੀਂ ਇਹਦਾ ਦੁੱਖ ਵੰਡਾ ਦਿੰਦੇ ਹਾਂ, ਸਾਨੂੰ ਦੇ ਦਿਓ ਫਲ। ਉਹ ਸਭ ਤੈਨੂੰ ਹੀ ਭੋਗਣਾ ਪੈਣਾ।
ਕੀਤਾ ਤੂੰ ਇਹਨਾਂ ਵਾਸਤੇ, ਪਰ ਭੋਗਣਾ ਤੈਨੂੰ ਪੈਣਾ। ਜਿਵੇਂ ਵਾਲਮੀਕ ਦੀ ਕਥਾ ਆਉਂਦੀ ਹੈ, ਉਹ ਵਾਲਮੀਕੀ ਸੀ ਜਿਹੜਾ, ਉਹ ਵੀ ਰਾਹ ਮਾਰ ਸੀ, ਧਾੜਵੀ ਸੀ, ਰਸਤੇ 'ਚ ਜਾਂਦਿਆਂ ਨੂੰ ਲੁੱਟ ਲਿਆ ਕਰੇ, ਮਾਰ ਦਿਆ ਕਰੇ, ਅਤੇ ਉਹ ਜੋ ਕੁਝ ਬਣਿਆ ਕਰੇ ਉਹ ਪਰਿਵਾਰ ਨੂੰ ਦਿਆ ਕਰੇ ਲਿਆ ਕੇ। ਇੱਕ ਦਿਨ ਕੀ ਹੋਇਆ ਵੀ ਕੋਈ 7-8 ਸਾਧੂ ਮਹਾਤਮਾ ਉਹ ਇਹਨੇ ਵੇਖ ਲਏ, ਸਾਧੂਆਂ ਦੇ ਕੋਲ ਗਠੜੀਆਂ ਬੰਨ੍ਹੀਆਂ ਹੋਈਆਂ ਕੱਪੜਿਆਂ ਦੀਆਂ, ਮੋਢਿਆਂ 'ਤੇ ਟੰਗੀਆਂ। ਇਹਨੇ ਵੇਖਿਆ ਵੀ ਇਹ ਬੜੇ ਤਕੜੇ ਸਾਧੂ ਲੱਗਦੇ, ਇਹਨਾਂ ਕੋਲ ਚੰਗੀ ਮਾਇਆ ਹੋਏਗੀ। ਉਹ ਸਾਰੇ ਸਾਧੂ ਇਸ ਨੇ ਘੇਰ ਲਏ ਅਤੇ ਕਹਿਣ ਲੱਗਿਆ ਵੀ ਸਭ ਕੁਝ ਇੱਥੇ ਢੇਰੀ ਕਰ ਦਿਓ, ਅਤੇ ਬਾਅਦ ਦੇ ਵਿੱਚ ਮੈਂ ਤੁਹਾਨੂੰ ਸਭ ਨੂੰ ਮਾਰ ਦੇਣਾ। ਮੇਰਾ ਅਸੂਲ ਹੈ, ਜੇ ਕਿਸੇ ਨੂੰ ਜਿਉਂਦਾ ਛੱਡ ਦਿੱਤਾ ਉਹਨੇ ਜਾ ਕੇ ਅੱਗੇ ਸ਼ਿਕਾਇਤ ਕਰਨੀ ਹੈ, ਹੋਰਾਂ ਬੰਦਿਆਂ ਨੂੰ ਦੱਸਣਾ ਮੈਂ ਫੜਿਆ ਜਾਣਾ, ਇਸ ਕਰਕੇ ਮੈਂ ਤਾਂ ਖਤਮ ਹੀ ਕਰ ਦਿੰਦਾ ਸਭ ਕੁਝ। ਉਹ ਸਾਧੂ ਸੀ, ਮਹਾਤਮਾ ਸੀ, ਕਹਿਣ ਲੱਗੇ ਵੀ ਤੂੰ ਕਰਦਾ ਕਿਸ ਵਾਸਤੇ ਹੈ ਸਭ ਕੁਝ? ਕਹਿੰਦਾ ਜੀ ਪਰਿਵਾਰ ਪਾਲਣਾ, ਬੱਚੇ ਹੈ, ਮਾਤਾ ਪਿਤਾ ਹੈ, ਉਹਨਾਂ ਦੀ ਪਾਲਣਾ ਵਾਸਤੇ। ਉਹ ਮਹਾਤਮਾ ਕਹਿਣ ਲੱਗੇ ਵੀ ਤੂੰ ਕਰਦਾ ਤੇ ਹੈ, ਫਿਰ ਜਿੰਨੇ ਤੂੰ ਇਹ ਪਿੱਛੇ ਬੰਦੇ ਮਾਰ ਦਿੱਤੇ, ਇੰਨੇ ਪਾਪ ਕੀਤੇ, ਵੀ ਜਦੋਂ ਇਹਨਾਂ ਦਾ ਲੇਖਾ ਦੇਣਾ ਪੈ ਗਿਆ, ਉਦੋਂ ਜਿਨ੍ਹਾਂ ਵਾਸਤੇ ਤੂੰ ਕਰਦਾ ਵੀ ਉਹ ਤੇਰੇ ਸਾਥ ਦੇਣਗੇ। ਕਹਿੰਦਾ ਕਿਉਂ ਨਾ ਦੇਣਗੇ, ਉਹਨਾਂ ਵਾਸਤੇ ਤੇ ਕਰਦਾ, ਉਹ ਮੇਰਾ ਦੁੱਖ ਵੰਡਾਉਣਗੇ, ਸਭ ਕੁਝ ਉਹਨਾਂ ਨੂੰ ਵੀ ਕਰਨਾ ਪਊਗਾ। ਉਹ ਮਹਾਤਮਾ ਕਹਿਣ ਲੱਗੇ ਵੀ ਨਹੀਂ, ਤੂੰ ਪਹਿਲਾਂ ਪੁੱਛ ਕੇ ਆ, ਆਪਣੀ ਤਸੱਲੀ ਕਰ ਲੈ। ਘਰ ਦੇ ਵਿੱਚ ਚਲਿਆ ਗਿਆ, ਜਾ ਕੇ ਮਾਤਾ ਪਿਤਾ ਨੂੰ ਕਹਿਣ ਲੱਗਿਆ ਵੀ ਜੋ ਕੁਝ ਮੈਂ ਘਰ ਦੇ ਵਿੱਚ ਲੈ ਕੇ ਆਉਣਾ, ਜਿਵੇਂ ਵੀ ਲੈ ਕੇ ਆਉਣਾ, ਉਹਦਾ ਜਿਹੜਾ ਕੋਈ ਪਾਪ ਹੈ ਜਾਂ ਪੁੰਨ ਹੈ, ਹਿਸਾਬ ਕਿਤਾਬ ਹੈ, ਉਹਦੇ ਭਾਈਵਾਲ ਤੁਸੀਂ ਬਣੋਗੇ, ਤੁਹਾਨੂੰ ਭੋਗਣਾ ਪਏਗਾ। ਉਹ ਕਹਿੰਦੇ ਵੀ ਨਹੀਂ, ਸਾਡਾ ਫਰਜ਼ ਸੀ ਤੈਨੂੰ ਪਾਲਣਾ, ਹੁਣ ਤੇਰਾ ਫਰਜ਼ ਹੈ ਸਾਨੂੰ ਸਾਂਭਣਾ, ਕਿਤੋਂ ਹੀ ਲਿਆ ਚਾਹੇ, ਉਹਦਾ ਹਿਸਾਬ ਕਿਤਾਬ ਤੂੰ ਹੀ ਦੇਣਾ, ਅਸੀਂ ਨਹੀਂ ਦੇਣਾ। ਇਹ ਸਮਝ ਗਿਆ ਵੀ ਇਹ ਗੱਲ ਸਾਧੂਆਂ ਦੀ ਸਹੀ ਹੈ। ਫਿਰ ਜਾ ਕੇ ਬੱਚਿਆਂ ਨੂੰ ਪੁੱਛਿਆ, ਬੱਚਿਆਂ ਨੇ ਵੀ ਜਵਾਬ ਦਿੱਤਾ ਵੀ ਹੁਣ ਤੇਰਾ ਫਰਜ਼ ਹੈ, ਤੇਰੀ ਸੰਤਾਨ ਹੈ ਅਸੀਂ, ਤੂੰ ਪਾਲਣਾ ਹੈ, ਜਦੋਂ ਸਾਡਾ ਫਰਜ਼ ਆਏਗਾ ਉਦੋਂ ਅਸੀਂ ਨਿਭਾਵਾਂਗੇ, ਵੀ ਹੁਣ ਤਾਂ ਤੈਨੂੰ ਹੀ ਭੋਗਣਾ ਪੈਣਾ, ਜਿਵੇਂ ਤੂੰ ਲੈ ਕੇ ਆਉਣਾ, ਸਾਨੂੰ ਕੀ ਪਤਾ ਕਿਵੇਂ ਲੈ ਕੇ ਆਉਣਾ। ਜਦੋਂ ਇਹਨੂੰ ਸਭ ਕੁ ਨੇ ਜਵਾਬ ਦੇ ਦਿੱਤੇ ਵੀ ਤੈਨੂੰ ਹੀ ਭੋਗਣਾ ਪੈਣਾ, ਫਿਰ ਉਹ ਮਹਾਤਮਾ ਪਾਸ ਆਇਆ, ਕਹਿਣ ਲੱਗਿਆ ਜੀ ਕੋਈ ਵੀ ਸਾਥ ਨਹੀਂ ਦਿੰਦਾ। ਉਹ ਮਹਾਤਮਾ ਕਹਿਣ ਲੱਗੇ ਵੀ ਤੈਨੂੰ ਕਿਹਾ ਤੇ ਸੀ ਵੀ ਸੰਸਾਰ ਦੇ ਅੰਦਰ ਕਰਮ ਜਿਹੜਾ ਹੈ ਉਹ ਜੀਵ ਕਰਦਾ ਅਤੇ ਇਹਦਾ ਫਲ ਇਸੇ ਨੂੰ ਹੀ ਭੋਗਣਾ ਪੈਂਦਾ, ਚਾਹੇ ਇਹ ਕਰੇ ਕਿਸੇ ਵਾਸਤੇ ਹੀ, ਦੂਜੇ ਵਾਸਤੇ ਹੀ ਕਰੇ, ਪਰ ਉਹ ਕਰਮ ਦਾ ਫਲ ਤਾਂ ਇਸੇ ਨੇ ਹੀ ਭੋਗਣਾ। ਕਹਿੰਦਾ ਜੀ ਫਿਰ ਮੇਰਾ ਭਾਈਵਾਲ ਕੌਣ ਬਣ ਸਕਦਾ, ਮੇਰੀ ਸਹਾਇਤਾ ਕੌਣ ਕਰ ਸਕਦਾ? ਉਹ ਮਹਾਤਮਾ ਕਹਿਣ ਲੱਗੇ ਵੀ ਉਹ ਪਰਮੇਸ਼ਰ ਦਾ ਨਾਮ ਹੈ, ਉਹ ਪਰਮਾਤਮਾ ਦਾ ਨਾਮ ਹੈ, ਉਹਨੂੰ ਜਪਣ ਲੱਗ ਜਾਏ ਅਤੇ ਫਿਰ ਤੇਰਾ ਭਲਾ ਹੋ ਸਕਦਾ। ਕਹਿੰਦਾ ਜੀ ਫਿਰ ਮੈਨੂੰ ਉਪਦੇਸ਼ ਦਿਓ। ਫਿਰ ਉਹ ਸਾਧੂਆਂ ਨੇ ਵੇਦ ਦੀ ਰੀਤੀ ਅਨੁਸਾਰ, ਵੀ ਵੇਦ ਕਹਿੰਦੇ ਹੈ ਵੀ ਜਿਹੜੀ ਸ਼ੂਦਰ ਜਾਤੀ ਹੈ ਉਹਨੂੰ ਨਾਮ ਦਾ ਉਪਦੇਸ਼ ਨਹੀਂ ਕੀਤਾ ਜਾ ਸਕਦਾ। ਫਿਰ ਉਹਨਾਂ ਮਹਾਤਮਾ ਨੇ ਕਹਿਣ ਲੱਗੇ ਵੀ ਇਹਨੇ ਹੁਣ ਇੰਨਾ ਇਹਦਾ ਮਨ ਜਾਗਿਆ ਹੋਇਆ, ਵਿਰਾਗ 'ਚ ਆਇਆ ਹੋਇਆ, ਇਹਨੂੰ ਸਾਰੀ ਸੋਝੀ ਆ ਗਈ ਹੈ ਵੀ ਹੁਣ ਇਹਨੂੰ ਜੋੜ ਦਈਏ, ਨਾਮ ਵਾਲੇ ਪਾਸੇ ਇਹਦਾ ਭਲਾ ਹੋ ਸਕਦਾ। ਫਿਰ ਉਹ ਕਹਿਣ ਲੱਗੇ ਵੀ ਤੂੰ ਮਰਾ ਦਾ ਉਪਦੇਸ਼ ਦੇ ਦਿੱਤਾ ਵੀ ਇਹਨੂੰ ਜਪਿਆ ਕਰ। ਉਹ ਜਦੋਂ ਮਰਾ ਇੱਦਾਂ ਜਪਣ ਲੱਗ ਪਿਆ, ਉਹ ਅੱਖਰ ਪਲਟਦੇ ਰਾਮ ਰਾਮ ਇੱਦਾਂ ਜਪਣ ਲੱਗ ਪਿਆ। ਫਿਰ ਉਹ ਜਿਹੜਾ ਇੱਦਾਂ ਵਾਲਮੀਕ ਸੀ ਉਹਦਾ ਭਲਾ ਹੋਇਆ, ਉਧਾਰ ਹੋਇਆ।
ਇਸੇ ਪ੍ਰਕਾਰ ਹੀ ਭਗਤ ਕਬੀਰ ਸਾਹਿਬ ਜੀ ਉਪਦੇਸ਼ ਕਰਦੇ ਹਨ, ਅੰਤ ਨਵੇਰਾ ਤੇਰੇ ਜੀ ਪਹਿਲੀਜੈ। ਜਿਹੜਾ ਲੇਖਾ ਹੈ ਉਹ ਜੀਵ ਨਹੀਂ ਦੇਣਾ, ਲੇਖਾ ਰੱਬ ਮੰਗੇਸੀ ਆ, ਬੈਠਾ ਕੱਢ ਵਹੀ, ਵਹੀਆਂ ਕੱਢ ਕੇ ਬਹਿ ਜਾਂਦੇ ਆ ਵੀ ਹਾਂ ਕੀ ਕੀ ਕੀਤਾ ਹੈ। ਜੋਈ ਜੋਈ ਕੀਨੋ ਸੋਈ ਸੋਈ ਪੇਖਿਓ, ਸਭ ਕੁਝ ਉਹ ਦਿਖਾ ਦਿੰਦੇ ਆ ਵੀ ਆਹ ਕੀਤਾ ਤੂੰ, ਆਹ ਕੀਤਾ। ਜੀ ਭੁੱਲ ਜਾਂਦਾ ਪਰ ਉਹ ਨਹੀਂ ਭੁੱਲਦੇ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਇਸ ਪਾਵਨ ਪਵਿੱਤਰ ਸ਼ਬਦ ਦੁਆਰਾ ਪ੍ਰਮਾਤਮਾ ਸਭ ਦਾ ਸਹਾਈ ਹੈ, ਲੋਕ ਪਰਲੋਕ ਦੇ ਅੰਦਰ ਮਦਦ ਕਰਨ ਵਾਲਾ, ਅੰਗ ਸੰਗ ਰਹਿਣ ਵਾਲਾ ਉਹ ਪਰਮੇਸ਼ਰ ਦਾ ਨਾਮ, ਉਹਦੀ ਮਹਿਮਾ ਇਸ ਪਾਵਨ ਸ਼ਬਦ ਦੁਆਰਾ ਕਰਦੇ ਹਨ। ਮਨ ਬਿਰਤੀਆਂ ਨੂੰ ਇਕਾਗਰ ਕਰਕੇ ਸਰਵਣ ਕਰੀਏ ਜੀ। ਉਚਾਰਨ ਕਰੋ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਸਾਹਿਬ ਜੀ। ਸੋਰਠ ਇੱਕ ਓੰਕਾਰ ਸਤਿਗੁਰ ਪ੍ਰਸਾਦ। ਸੋਰਠ ਰਾਗ ਦੇ ਅੰਦਰ ਭਗਤ ਕਬੀਰ ਸਾਹਿਬ ਜੀ ਬਚਨ ਉਚਾਰਨ ਕਰਦੇ ਹਨ। ਮੰਗਲ ਕੀਤਾ ਹੈ ਇੱਕ ਓੰਕਾਰ ਸਤਿਗੁਰ ਪ੍ਰਸਾਦ। ਇੱਕ ਜੋ ਪ੍ਰਮਾਤਮਾ ਪਰਮੇਸ਼ਰ ਵਾਹਿਗੁਰੂ ਹੈ, ਓੰਕਾਰ ਜੋ ਸਭ ਦਾ ਪ੍ਰਕਾਸ਼ਕ ਹੈ, ਜੜ ਚੇਤਨ ਸ੍ਰਿਸ਼ਟੀ ਦੀ ਕਿਰਿਆ ਜਿਸ ਦੁਆਰਾ ਹੁੰਦੀ ਹੈ, ਉਹਦੀ ਪ੍ਰਾਪਤੀ ਸਤਿਗੁਰ ਪ੍ਰਸਾਦ, ਸਤਿਗੁਰਾਂ ਦੀ ਕਿਰਪਾ ਦੁਆਰਾ ਐਸੇ ਪ੍ਰਮਾਤਮਾ ਪਰਮੇਸ਼ਰ ਦੀ ਜੀਵ ਨੂੰ ਪ੍ਰਾਪਤੀ ਹੁੰਦੀ ਹੈ। ਬਹੁ ਪਰਪੰਚ ਕਰ ਪਰ ਧਨ ਲਿਆਵੈ। ਭਗਤ ਕਬੀਰ ਸਾਹਿਬ ਜੀ ਕਹਿੰਦੇ, ਹੇ ਜੀਵ ਤੂੰ ਬਹੁ ਪਰਪੰਚ ਕਰ, ਤਰ੍ਹਾਂ ਤਰ੍ਹਾਂ ਦੇ ਪ੍ਰਪੰਚ ਕਰਕੇ, ਛਲ ਕਰਕੇ, ਧੋਖੇ ਕਰਕੇ, ਠੱਗੀਆਂ ਕਰਕੇ ਪਰ ਧਨ ਲਿਆਵੈ। ਜਿਹੜਾ ਪਰਾਇਆ ਧਨ ਹੈ, ਤੇਰਾ ਹੱਕ ਨਹੀਂ ਹੈ, ਉਸ ਧਨ ਨੂੰ ਵੀ ਤੂੰ ਛਲ ਦੇ ਨਾਲ, ਠੱਗੀ ਦੇ ਨਾਲ, ਧੋਖੇ ਦੇ ਨਾਲ ਆਪਣੇ ਘਰ ਲੈ ਕੇ ਆਉਣਾ ਹੈ। ਸੁਤ ਦਾਰਾ ਪਹਿਆਨ ਲੁਟਾਵੈ। ਉਹ ਜਿਹੜਾ ਧਨ ਹੈ ਫਿਰ ਆਪਣੇ ਸੁਤ ਜਿਹੜੇ ਪੁੱਤਰ ਹਨ, ਦਾਰਾ ਜਿਹੜੀ ਇਸਤਰੀ ਹੈ, ਆਨ ਲੁਟਾਵੈ। ਉਹਨਾਂ 'ਤੇ ਆ ਕੇ ਫਿਰ ਉਹ ਧਨ ਜਿਹੜਾ ਤੂੰ ਲੁਟਾਉਣਾ ਹੈ, ਉਹ ਉਸ ਧਨ ਦੇ ਨਾਲ ਮੌਜਾਂ ਕਰਦੇ ਹਨ। ਮਨ ਮੇਰੇ ਭੂਲੇ ਕਪਟ ਨਾ ਕੀਜੈ। ਭਗਤ ਕਬੀਰ ਸਾਹਿਬ ਜੀ ਕਹਿੰਦੇ, ਹੇ ਮੇਰਿਆ ਮਨਾ, ਭੁੱਲ ਕੇ ਵੀ ਕਪਟ ਨਾ ਕੀਜੈ। ਭੁੱਲ ਕੇ ਵੀ ਇਹ ਜਿਹੜੇ ਕਪਟ ਹਨ, ਛਲ ਹਨ, ਧੋਖੇ ਹਨ, ਇਹਨਾਂ ਨੂੰ ਨਾ ਕਰ। ਅੰਤ ਨਿਬੇਰਾ ਤੇਰੇ ਜੀ ਪਹਿਲੀਜੈ। ਕਿਉਂਕਿ ਅੰਤਲੇ ਸਮੇਂ ਜਿਹੜਾ ਨਵੇੜਾ ਹੋਣਾ, ਲੇਖੇ ਜੋਖੇ ਹੋਣੇ ਆ, ਤੇਰੇ ਜੀ ਪਹਿਲੀਜੈ। ਉਹ ਤੇਰੇ ਤੋਂ ਹੀ ਲਏ ਜਾਣੇ ਹੈ, ਤੇਰੇ ਤੋਂ ਹੀ ਪੁੱਛਿਆ ਜਾਣਾ ਵੀ ਫਲਾਣੇ ਨਾਲ ਆਹ ਕੀਤਾ, ਆਹ ਠੱਗੀ ਮਾਰੀ, ਆਹ ਧੋਖਾ ਕੀਤਾ। ਇਹ ਸਭ ਕੁਝ ਜੀਵ ਦੇ ਜਿੰਨੇ ਕਰਮ ਹਨ, ਭਗਤ ਕਬੀਰ ਸਾਹਿਬ ਜੀ ਕਹਿੰਦੇ ਬਣਾ, ਇਹ ਤੇਰੇ ਪਾਸੋਂ ਹੀ ਲਏ ਜਾਣੇ ਹਨ। ਰਹਾਉ ਛਿਨ ਛਿਨ ਤਨ ਛੀਜੈ ਜਰਾ ਜਨਾਵੈ। ਭਗਤ ਕਬੀਰ ਸਾਹਿਬ ਜੀ ਉਸ ਬਜ਼ੁਰਗ ਨੂੰ ਕਹਿੰਦੇ ਹਨ ਕਿ ਛਿਨ ਛਿਨ ਤਨ ਛੀਜੈ। ਹੁਣ ਤੇ ਖਿਨ ਖਿਨ ਸਮਾਂ ਕਰਕੇ, ਥੋੜ੍ਹੇ ਥੋੜ੍ਹੇ ਸਮੇਂ ਕਰਕੇ ਜਿਹੜਾ ਸਰੀਰ ਹੈ ਉਹ ਛਿਜ ਰਿਹਾ। ਸਰੀਰ ਦੀ ਚਮੜੀ ਜਿਹੜੀ ਉਹ ਢਿੱਲੀ ਹੋ ਗਈ ਹੈ, ਸਰੀਰ ਦੀ ਹੱਡ ਜਿਹੜੇ ਆ ਉਹ ਕਮਜ਼ੋਰ ਹੋ ਚੁੱਕੇ ਹੈ, ਪੱਕ ਗਏ ਹੈ। ਸਰੀਰ ਜਿਹੜਾ ਸੀ ਉਹ ਜਰਾ ਜਨਾਵ ਹੈ। ਜਰਾ ਨਾਮ ਵਡੇਪੇ ਦਾ ਹੈ ਕਿ ਜਿਹੜਾ ਵਡੇਪਾ ਹੈ ਉਹ ਜਨਾ ਰਿਹਾ ਹੈ, ਜਾਂ ਸਰੀਰ ਨੂੰ ਹੁਣ ਵਡੇਪਾ ਜਿਹੜਾ ਉਹ ਜਿੱਤ ਰਿਹਾ ਹੈ। ਜਿੰਨੀ ਸਰੀਰ ਦੀ ਖੇਡ ਸੀ ਉਹ ਵਡੇਪੇ ਨੇ ਹੁਣ ਆਪਣੇ ਅਧੀਨ ਕਰ ਲਈ ਹੈ। ਜਿਵੇਂ ਭਗਤ ਭੀਖਨ ਜੀ ਦੇ ਬਚਨ ਆਉਂਦੇ ਹਨ, ਨੈਨਹੁ ਨੀਰ ਬਹਿ ਤਨ ਖੀਨਾ, ਭਏ ਕੇਸ ਦੁੱਧ ਵਾਨੀ, ਰੂਧਾ ਕੰਠ ਸ਼ਬਦ ਨਹੀਂ ਉਚਰੈ, ਅਬ ਕਿਆ ਕਰੈ ਪਰਾਨੀ। ਕਿ ਨੇਤਰਾਂ ਦੇ ਵਿੱਚ ਹੁਣ ਪਾਣੀ ਜਿਹੜਾ ਉਹ ਵਗਦਾ ਰਹਿੰਦਾ, ਸਰੀਰ ਕਮਜ਼ੋਰ ਹੋ ਗਿਆ, ਕੇਸ ਜਿਹੜੇ ਆ ਦੁੱਧ ਵਾਂਗੂ ਚਿੱਟੇ ਹੋ ਗਏ, ਗਲ ਦੇ ਵਿੱਚੋਂ ਸ਼ਬਦ ਕੋਈ ਬੋਲਦਾ ਨਿਕਲਦਾ ਨਹੀਂ, ਕਫ ਦੇ ਨਾਲ ਰੁਕ ਜਾਂਦਾ ਹੈ। ਅਬ ਕਿਆ ਕਰੈ ਪਰਾਨੀ। ਭਗਤ ਜੀ ਕਹਿੰਦੇ ਹੁਣ ਕੀ ਕਰੇਗਾ। ਇਸੇ ਪ੍ਰਕਾਰ ਹੀ ਭਗਤਾਂ ਦੇ ਬਚਨ ਆਉਂਦੇ ਹਨ, ਸਿਰ ਪਲਿਆ ਦਾੜੀ ਪਲੀ, ਮੁੱਛਾਂ ਭੀ ਪਲੀਆਂ, ਰੇ ਮਨ ਗਹਿਲੇ ਬਾਵਲੇ, ਮਾਣ ਹੈ ਕਿਆ ਰਲੀਆਂ।
ਵੀ ਹੁਣ ਤੇ ਸਭ ਕੁਝ ਸਰੀਰ ਦਾ ਅਖੀਰ ਹੋਣ ਵਾਲਾ, ਵੀ ਹੁਣ ਕਿਹੜੀਆਂ ਖੇਡਾਂ 'ਚ ਪਿਆ। ਇਸੇ ਪ੍ਰਕਾਰ ਹੀ ਭਗਤ ਕਬੀਰ ਸਾਹਿਬ ਜੀ ਕਹਿੰਦੇ, ਛਿਨ ਛਿਨ ਤਨ ਭਇਓ ਜਰਾ ਜਨਾਵੈ, ਕਿ ਜਿਹੜੀ ਜਰਾ ਵਡੇਪਾ ਹੈ ਹੁਣ ਸਰੀਰ ਨੂੰ ਜਿੱਤ ਰਿਹਾ ਹੈ। ਤਬ ਤੇਰੀ ਓਕ ਕੋਈ ਪਾਨਿਓ ਨਾ ਪਾਵੈ। ਭਗਤ ਜੀ ਕਹਿੰਦੇ ਫਿਰ ਤੇਰੀ ਓਕ, ਇੱਕ ਹੱਥ ਮੂੰਹ ਨੂੰ ਲਾ ਕੇ ਬੁੱਕ ਜਾ ਕਰਕੇ ਵੀ ਓਕ, ਵੀ ਉਹਦੇ ਵਿੱਚ ਵੀ ਕੋਈ ਪਾਣੀ ਨਾ ਪਾਵੇ। ਫਿਰ ਕੋਈ ਪਾਣੀ ਨਹੀਂ ਪਾਉਂਦਾ, ਪਾਣੀ ਨਹੀਂ ਕੋਈ ਪੁੱਛਦਾ। ਅਖੀਰਲੇ ਸਮੇਂ 'ਤੇ ਜਿੱਦਾਂ ਦਾ ਸਮਾਂ ਚੱਲ ਰਿਹਾ ਕਲਯੁਗ ਦਾ, ਆਪਾਂ ਵੇਖਦੇ ਹਾਂ ਬਿਰਧ ਆਸ਼ਰਮ ਖੁੱਲ੍ਹ ਗਏ, ਵੀ ਕੋਈ ਘਰ ਦੇ ਵਿੱਚ ਬਜ਼ੁਰਗ ਦੀ ਸੇਵਾ ਕਰਕੇ ਰਾਜੀ ਨਹੀਂ। ਇਸੇ ਪ੍ਰਕਾਰ ਹੀ ਭਗਤ ਕਬੀਰ ਸਾਹਿਬ ਜੀ ਕਹਿੰਦੇ ਹਨ, ਤਬ ਤੇਰੀ ਓਕ ਕੋਈ ਪਾਣੀਓ ਨਾ ਪਾਵੇ। ਕਿਸੇ ਨੇ ਵੀ ਤੇਰੀ ਓਕ ਦੇ ਵਿੱਚ ਵੀ ਪਾਣੀ ਜਿਹੜਾ ਉਹ ਨਹੀਂ ਪਾਉਣਾ। ਕਹਿਤ ਕਬੀਰ ਕੋਈ ਨਹੀਂ ਤੇਰਾ। ਉਹ ਬਜ਼ੁਰਗ ਕਹਿਣ ਲੱਗਿਆ, ਇੱਦਾਂ ਨਹੀਂ ਹੋ ਸਕਦਾ ਜੀ, ਸਾਰੇ ਮੇਰੇ ਹੈ, ਮੇਰੇ ਪੁੱਤਰ ਹੈ, ਧੀਆਂ ਹਨ, ਨੂੰਹਾਂ ਹਨ, ਇੰਨਾ ਕੁਝ ਹੈ। ਭਗਤ ਕਬੀਰ ਸਾਹਿਬ ਜੀ ਕਹਿੰਦੇ ਇਹੀ ਤੇਰਾ ਭੁਲੇਖਾ ਹੈ। ਕਹਿਤ ਕਬੀਰ ਕੋਈ ਨਹੀਂ ਤੇਰਾ, ਕੋਈ ਨਹੀਂ ਹੈ ਤੇਰਾ ਸੰਸਾਰ ਦੇ ਅੰਦਰ। ਇਹ ਸੰਸਾਰ ਦੇ ਅੰਦਰ ਜਿਹਨੂੰ ਜਿਹਨੂੰ ਤੂੰ ਮੇਰਾ ਕਹਿੰਦਾ ਹੈ, ਇਹਨਾਂ ਦੇ ਵਿੱਚ ਕੋਈ ਵੀ ਤੇਰਾ ਨਹੀਂ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ, ਸੰਸਾਰ ਦੀ ਜਿਤਨੀ ਪ੍ਰੀਤੀ ਹੈ ਇਹ ਤੇਰੀ ਝੂਠੀ ਹੈ, ਕੋਈ ਵੀ ਵਾਸਤਵ ਦੇ ਵਿੱਚ ਤੇਰਾ ਨਹੀਂ ਹੈ। ਹਿਰਦੈ ਰਾਮ ਕੀ ਨਾ ਜਪਹਿ ਸਵੇਰਾ। ਹੁਣ ਤੂੰ ਹਿਰਦੇ ਦੇ ਅੰਦਰ ਕਿਉਂ ਨਹੀਂ ਪਰਮੇਸ਼ਰ ਦੇ ਰਾਮ ਦੇ ਨਾਮ ਨੂੰ ਜਪਦਾ। ਹਿਰਦੈ ਰਾਮ ਕੀ ਨਾ ਜਪਹਿ ਸਵੇਰਾ, ਵੀ ਹੁਣ ਸਵੇਰਾ ਜਿਹੜਾ ਅੰਮ੍ਰਿਤ ਵੇਲਾ ਹੈ ਜਾਂ ਸਵੇਰਾ ਸ਼ੀਘਰਤਾ ਦੇ ਨਾਲ ਕਿਉਂ ਨਹੀਂ ਪਰਮੇਸ਼ਰ ਦੇ ਨਾਮ ਨੂੰ ਜਪਦਾ। ਕਿਉਂਕਿ ਮਨੁੱਖਾ ਜਾਮਾ ਅੰਮ੍ਰਿਤ ਵੇਲਾ ਹੀ ਹੈ। ਜਿਵੇਂ ਰਾਤ ਜਦੋਂ ਬਤੀਤ ਹੋ ਜਾਏ ਅਤੇ ਰਾਤ ਦਾ ਅਖੀਰਲਾ ਪਹਿਰ ਰਹਿ ਜਾਏ, ਉਦੋਂ ਅੰਮ੍ਰਿਤ ਵੇਲਾ ਹੁੰਦਾ। ਇਸੇ ਤਰ੍ਹਾਂ ਹੀ ਇਹ ਜਿੰਨੀਆਂ 84 ਲੱਖ ਜੂਨਾਂ ਹਨ, ਉਹ ਰਾਤ ਦੀ ਨਿਆਈ ਹੈ, ਹਨੇਰਾ ਹੀ ਹੈ ਉਹਨਾਂ ਦੇ ਅੰਦਰ, ਅਤੇ ਅਖੀਰਲਾ ਪਹਿਰ ਉਹਨਾਂ ਦਾ ਇਹ ਮਨੁੱਖੀ ਜਾਮਾ ਹੈ, ਇਹ ਮਨੁੱਖਾ ਸਰੀਰ ਹੈ। ਇਹਦੇ ਅੰਦਰ ਵੀ ਭਗਤ ਕਬੀਰ ਸਾਹਿਬ ਜੀ ਕਹਿੰਦੇ ਕਿ ਨਾ ਰਾਮ, ਪਰਮੇਸ਼ਰ ਦੇ ਰਾਮ ਦੇ ਨਾਮ ਨੂੰ ਕਿਉਂ ਨਹੀਂ ਜਪਦਾ ਹੈ, ਮਨੁੱਖੀ ਜਾਮੇ ਦੇ ਅੰਦਰ ਕਿਉਂ ਨਹੀਂ ਉਹਦੀ ਸੰਭਾਲ ਕਰਦਾ। ਸੰਤੋ ਮਨ ਪਵਨੈ ਸੁਖ ਬਨਿਆ। ਭਗਤ ਕਬੀਰ ਸਾਹਿਬ ਜੀ ਅਗਲੇ ਸ਼ਬਦ ਦੇ ਅੰਦਰ ਬਚਨ ਕਰਦੇ ਹਨ। ਭਗਤ ਕਬੀਰ ਸਾਹਿਬ ਜੀ ਦੇ ਪਾਸ ਸਾਧੂ ਮਹਾਤਮਾ ਆਏ, ਉਹਨਾਂ ਨੇ ਪੁੱਛਿਆ, ਕਹਿਣ ਲੱਗੇ, ਭਗਤ ਜੀ ਤੁਹਾਨੂੰ ਸੁੱਖ ਕਿਵੇਂ ਪ੍ਰਾਪਤ ਹੋਇਆ, ਵੀ ਤੁਸੀਂ ਸਦਾ ਹੀ ਆਨੰਦ ਦੇ ਵਿੱਚ, ਖੇੜੇ ਦੇ ਵਿੱਚ ਰਹਿੰਦੇ ਹੋ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਹਨ, ਸੰਤੋ ਮਨ ਪਵਨੈ ਸੁਖ ਬਣਿਆ, ਕਿ ਹੇ ਮਹਾਤਮਾ ਜਨੋ, ਜਦੋਂ ਸਾਡਾ ਮਨ ਸੀ ਜਿਹੜਾ ਉਹ ਪਵਨੈ ਕਹੀਏ ਪਵਿੱਤਰ ਹੋ ਗਿਆ। ਜਦੋਂ ਮਨ ਪਵਿੱਤਰ ਹੋ ਗਿਆ ਫਿਰ ਸੁੱਖ ਬਣਿਆ, ਫਿਰ ਜਿਹੜਾ ਆਤਮਿਕ ਸੁੱਖ ਸੀ ਉਹ ਬਣ ਗਿਆ। ਜਾਂ ਇਸੇ ਪ੍ਰਕਾਰ ਹੀ ਪਵਨੈ ਤੋਂ ਭਾਵ ਜਿਹੜੇ ਸਾਡੇ ਸਵਾਸ ਚੱਲਦੇ ਆ, ਪੌਣ ਚੱਲਦੀ ਹੈ, ਇਹ ਹਵਾ ਹੈ ਸਵਾਸਾਂ ਦੀ, ਵੀ ਇਹਨਾਂ ਸਵਾਸਾਂ ਦੇ ਨਾਲ ਜਦੋਂ ਪਰਮੇਸ਼ਰ ਦੇ ਨਾਮ ਨੂੰ ਜਪਿਆ ਅਤੇ ਮਨ ਦੁਆਰਾ ਉਹਨੂੰ ਸੁਣਿਆ, ਫਿਰ ਜਿਹੜਾ ਆਤਮਿਕ ਸੁੱਖ ਸੀ ਉਹ ਪ੍ਰਾਪਤ ਹੋ ਗਿਆ। ਕਿਛ ਜੋਗ ਪ੍ਰਾਪਤ ਗਨਿਆ। ਭਗਤ ਜੀ ਕਹਿੰਦੇ ਫਿਰ ਹੀ ਅਸੀਂ ਇਸ ਮਨ ਨੂੰ ਉਸ ਪਰਮੇਸ਼ਰ ਦੀ ਪ੍ਰਾਪਤੀ ਦੇ ਯੋਗ ਕਹੀਏ, ਉਹਦੇ ਯੋਗਤਾ ਦੇ ਅਨੁਸਾਰ ਇਸ ਨੂੰ ਜਾਣਿਆ ਵੀ ਹੁਣ ਕੁਝ ਇਹ ਸਮਝ ਸਕਦਾ ਹੈ। ਜਦੋਂ ਮਨ ਦੀ ਸ਼ੁੱਧੀ ਹੋਣ ਲੱਗ ਜਾਏ, ਮਨ ਪਵਿੱਤਰ ਹੋਣ ਲੱਗ ਜਾਏ ਪਰਮੇਸ਼ਰ ਦਾ ਨਾਮ ਜਪਦਿਆਂ ਹੋਇਆਂ, ਭਗਤ ਜੀ ਕਹਿੰਦੇ ਫਿਰ ਕਿਛ ਜੋਗ ਪ੍ਰਾਪਤ ਗਣਿਆ। ਫਿਰ ਅਸੀਂ ਇਹ ਗਣਿਆ ਵਿਚਾਰਿਆ ਹੈ ਕਿ ਹੁਣ ਜੋ ਜੁੜਨੇ ਯੋਗ ਪਰਮੇਸ਼ਰ ਵਾਹਿਗੁਰੂ ਹੈ, ਉਹਦੀ ਪ੍ਰਾਪਤੀ ਦੇ ਲਈ ਇਹ ਲਾਇਕ ਬਣ ਗਿਆ, ਉਹਦੇ ਯੋਗ ਬਣ ਗਿਆ ਹੈ। ਰਹਾਉ ਗੁਰ ਦਿਖਲਾਈ ਮੋਰੀ। ਭਗਤ ਕਬੀਰ ਸਾਹਿਬ ਜੀ ਕਹਿਣ ਲੱਗੇ, ਸਾਡੇ ਗੁਰਾਂ ਨੇ ਸਾਨੂੰ ਦਿਖਲਾਈ ਮੋਰੀ, ਕਿ ਉਹ ਸਰਾਖ, ਉਹ ਦਰਵਾਜ਼ਾ ਦਿਖਾ ਦਿੱਤਾ ਹੈ, ਜਿਸ ਦਰਵਾਜ਼ੇ ਦੇ ਵਿੱਚ ਜਿਤ ਮਿਰਗ ਪੜਤ ਹੈ ਚੋਰੀ। ਕਿ ਜਿਸ ਦਰਵਾਜ਼ੇ ਦੇ ਰਾਹੀਂ ਮਿਰਗ ਪੜਤ ਹੈ,
ਜਿਹੜੇ ਹਿਰਨ ਆਦਿਕ ਹੈ ਉਹ ਆ ਕੇ ਪੈ ਜਾਂਦੇ ਹੈ ਅਤੇ ਚੋਰੀ ਸਭ ਕੁਝ ਚੋਰੀ ਕਰਕੇ ਲੈ ਜਾਂਦੇ ਹੈ। ਜਿਵੇਂ ਇੱਕ ਖੇਤ ਹੋਵੇ ਅਤੇ ਖੇਤ ਦੀ ਵਾੜ ਕਰ ਦਈਏ ਆਪਾਂ, ਅਤੇ ਜਿੱਥੇ ਵਾੜ ਕੋਈ ਢਿੱਲੀ ਰਹਿ ਜਾਏ, ਉੱਥੇ ਚੰਗੀ ਤਰ੍ਹਾਂ ਵਾੜ ਨਾ ਹੋਈ ਹੋਵੇ, ਉੱਧਰ ਦੀ ਫਿਰ ਜਿਹੜੇ ਹਿਰਨ ਹਨ ਜਾਂ ਹੋਰ ਪਸ਼ੂ ਅਵਾਰਾ ਜਿਹੜੇ ਹੈ ਉਹ ਵੜ ਜਾਂਦੇ ਹੈ। ਉਹ ਫਿਰ ਸਾਰੀ ਫਸਲ ਜਿਹੜੀ ਹੈ, ਖੇਤੀ ਜਿਹੜੀ ਉਹਨੂੰ ਖਾ ਜਾਂਦੇ ਆ, ਚਰ ਜਾਂਦੇ ਆ, ਨਾਸ ਕਰ ਦਿੰਦੇ ਆ। ਇਸੇ ਤਰ੍ਹਾਂ ਹੀ ਭਗਤ ਕਬੀਰ ਸਾਹਿਬ ਜੀ ਕਹਿੰਦੇ, ਗੁਰ ਦਿਖਲਾਈ ਮੋਰੀ। ਇਹ ਜਿੰਨੀਆਂ ਸਾਡੀਆਂ ਇੰਦਰੀਆਂ ਰੂਪੀ ਦਰਵਾਜ਼ੇ ਹਨ, ਅੱਖਾਂ, ਕੰਨ, ਨੱਕ, ਜੀਭ, ਇਹ ਜਿੰਨੀਆਂ ਵੀ ਇੰਦਰੀਆਂ ਹਨ, ਹੱਥ, ਪੈਰ, ਇਹ ਸਾਰੀਆਂ ਹੀ ਦਰਵਾਜ਼ੇ ਹਨ। ਇਹਨਾਂ ਦੇ ਰਾਹੀਂ ਹੀ ਜਿੰਨੇ ਵਿਸ਼ੇ ਵਿਕਾਰ ਹਨ ਉਹ ਸਾਡੇ ਅੰਦਰ ਪ੍ਰਵੇਸ਼ ਕਰਦੇ ਹੈ, ਅਤੇ ਉਹ ਫਿਰ ਸਾਡੇ ਅੰਦਰੋਂ ਜਿੰਨੇ ਸ਼ੁਭ ਗੁਣ ਹਨ, ਚੰਗੇ ਗੁਣ ਹਨ, ਉਹ ਸਾਰੀ ਖੇਤੀ ਨੂੰ ਚੋਰੀ ਕਰ ਲੈਂਦੇ ਆ, ਖਾ ਜਾਂਦੇ ਆ। ਅੱਖਾਂ ਦੇ ਰਾਹੀਂ ਰੂਪ ਵੇਖਣ ਦਾ ਵਿਸ਼ਾ ਹੈ, ਪਰਾਏ ਰੂਪਾਂ ਨੂੰ ਵੇਖਦਾ ਜੀਵ, ਅੰਦਰੋਂ ਜਤ ਸਤ ਦਾ ਗੁਣ ਜਿਹੜਾ ਉਹ ਚਲਿਆ ਜਾਂਦਾ। ਕੰਨਾਂ ਦੇ ਨਾਲ ਕਿਸੇ ਦੀ ਨਿੰਦਿਆ, ਚੁਗਲੀ ਇਹ ਸੁਣੀ ਜਾਂਦਾ। ਇਸੇ ਤਰ੍ਹਾਂ ਹੀ ਜ਼ੁਬਾਨ ਦੇ ਨਾਲ ਤਰ੍ਹਾਂ ਤਰ੍ਹਾਂ ਦੇ ਰਸ ਭੋਗੀ ਜਾਂਦਾ। ਉਪਰਾਮਤਾ, ਵਿਰਾਗ ਵਾਲੀ ਬਿਰਤੀ ਅੰਦਰੋਂ ਖਤਮ ਹੋ ਜਾਂਦੀ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ, ਇਹਨਾਂ ਇੰਦਰੀਆਂ ਦੁਆਰਾ ਹੀ ਵਿਸ਼ੇ ਜਿਹੜੇ ਹੈ ਉਹਨਾਂ ਨੂੰ ਮਨ ਭੋਗਦਾ ਹੈ, ਅਤੇ ਮਨ ਜਦੋਂ ਭੋਗਣ ਲੱਗ ਗਿਆ, ਵਿਸ਼ਿਆਂ ਦੇ ਨਾਲ ਜੁੜ ਗਿਆ, ਫਿਰ ਚੰਗੇ ਗੁਣ ਜਿਹੜੇ ਹੈ ਉਹ ਨਾਸ ਹੋ ਜਾਂਦੇ ਹਨ। ਮੂੰਦ ਲੀਏ ਦਰਵਾਜੇ। ਭਗਤ ਕਬੀਰ ਸਾਹਿਬ ਜੀ ਕਹਿੰਦੇ, ਜੇ ਉਹ ਵਾੜ ਚੰਗੇ ਤਰੀਕੇ ਨਾਲ ਮਜ਼ਬੂਤ ਕਰ ਦਿੱਤੀ ਜਾਏ, ਇਸੇ ਤਰ੍ਹਾਂ ਹੀ ਜਿੰਨੇ ਸਾਡੇ ਸਰੀਰ ਦੇ ਇੰਦਰੇ ਹਨ, ਜੇ ਇਹਨਾਂ ਨੂੰ ਰੋਕ ਲਿਆ ਜਾਵੇ, ਮੂੰਦ ਲੀਏ ਦਰਵਾਜੇ ਭਾਵ ਕਿ ਬੰਦ ਕਰ ਲਿਆ ਜਾਵੇ। ਇੱਦਾਂ ਬੰਦ ਨਹੀਂ ਕਿ ਜਿਵੇਂ ਕੋਈ ਵੱਖੋ ਵੱਖਰੇ ਫਿਰਕਿਆਂ ਧਰਮਾਂ ਦੇ ਅੰਦਰ ਕਿ ਅੱਖਾਂ ਜਿਹੜੀਆਂ ਹਨ ਇਹ ਰੂਪ ਵੱਲ ਜਾਂਦੀਆਂ, ਇਸ ਕਰਕੇ ਅੱਖਾਂ ਜਿਹੜੀਆਂ ਉਹਨਾਂ ਨੂੰ ਪੱਕੇ ਤੌਰ 'ਤੇ ਬੰਦ ਕਰ ਦਿਓ। ਕੰਨ ਜਿਹੜੇ ਹੈ ਇਹ ਨਿੰਦਿਆ ਸੁਣਦੇ ਹੈ, ਕੰਨ ਬੰਦ ਕਰ ਦਿਓ। ਜ਼ੁਬਾਨ ਜਿਹੜੀ ਹੈ ਇਹਦਾ ਬੋਲਣਾ ਬੰਦ ਕਰ ਦਿਓ। ਵੀ ਹੱਠ ਦੇ ਨਾਲ, ਧੱਕੇ ਦੇ ਨਾਲ ਸਰੀਰ ਨੂੰ ਰੋਕਣਾ। ਭਗਤ ਕਬੀਰ ਸਾਹਿਬ ਜੀ ਕਹਿੰਦੇ, ਇਸ ਪ੍ਰਕਾਰ ਨੇ ਜਿਵੇਂ ਜੋਗ ਮਤ ਦੇ ਨਾਲ, ਹੱਠ ਦੇ ਨਾਲ ਰੋਕਿਆ ਜਾਂਦਾ। ਮੂੰਦ ਲੀਏ ਦਰਵਾਜੇ, ਇਹਨਾਂ ਦੇ ਜਿਹੜੇ ਵਿਸ਼ੇ ਹੈ, ਅੱਖਾਂ ਦਾ ਰੂਪ ਵੇਖਣ ਦਾ ਵਿਸ਼ਾ ਹੈ, ਅਤੇ ਉਹਨੂੰ ਰੋਕਣਾ ਕਿ ਪਰਾਏ ਰੂਪ ਜਿਹੜੇ ਹੈ ਉਹਨਾਂ ਤੋਂ ਅੱਖਾਂ ਨੂੰ ਰੋਕਣਾ। ਇਸੇ ਤਰ੍ਹਾਂ ਹੀ ਨਿੰਦਿਆ, ਚੁਗਲੀ, ਝੂਠ, ਇਹਨਾਂ ਤੋਂ ਕੰਨਾਂ ਨੂੰ ਰੋਕਣਾ। ਹੋਰ ਤਰ੍ਹਾਂ ਤਰ੍ਹਾਂ ਦੇ ਜਿਹੜੇ ਸਵਾਦ ਹਨ ਉਹਨਾਂ ਵੱਲੋਂ ਜ਼ੁਬਾਨ ਨੂੰ ਰੋਕਣਾ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ, ਜਿਨ੍ਹਾਂ ਨੇ ਇਹ ਮੂੰਦ ਲੀਏ ਦਰਵਾਜੇ, ਆਪਣੇ ਇੰਦਰੀਆਂ ਦੇ ਵਿਸ਼ੇ ਜਿਹੜੇ ਉਹਨਾਂ ਨੂੰ ਕੰਟਰੋਲ ਕਰ ਲਿਆ, ਰੋਕ ਲਿਆ ਹੈ। ਬਾਜੀਅਲੇ ਅਨਹਦ ਬਾਜੇ। ਭਗਤ ਕਬੀਰ ਸਾਹਿਬ ਜੀ ਕਹਿੰਦੇ, ਉਹਨਾਂ ਦੇ ਅੰਦਰ ਅਨਾਹਦ ਵਾਜੇ ਜਿਹੜੇ ਆ ਪਰਮੇਸ਼ਰ ਦੇ ਨਾਮ ਦੇ, ਉਹ ਵੱਜ ਪੈਂਦੇ ਆ। ਉਹਨਾਂ ਦੇ ਅੰਦਰ ਪ੍ਰਮਾਤਮਾ ਦੇ ਨਾਮ ਰੂਪੀ ਵਾਜੇ ਜਿਹੜੇ ਆ ਹੱਦ ਤੋਂ ਰਹਿਤ ਉਹ ਵੱਜਦੇ ਆ। ਜਿਵੇਂ ਖੇਤ ਦੇ ਅੰਦਰ ਆਪਾਂ ਵੇਖਦੇ ਆ ਵੀ ਕੋਈ ਬਾਜਰੇ ਦਾ ਖੇਤ ਹੈ, ਉਹਦੇ ਅੰਦਰ ਉਹ ਪੀਪੇ ਦੇ ਕੇ ਜਵਾਕਾਂ ਨੂੰ ਖੜਾ ਦਿੰਦੇ ਆ ਵੀ ਪੀਪਾ ਖੜਕਾਈ ਜਾਣਾ, ਵੀ ਜਿਹੜੇ ਤੋਤੇ ਆ ਉਹ ਨਾ ਬੈਠਣ, ਖੜਕਾ ਹੁੰਦਾ ਰਹੇ। ਜਾਂ ਹੋਰ ਕੋਈ ਤਰੀਕਾ ਵਰਤ ਲੈਂਦੇ ਆ ਵੀ ਜਿਹਦੇ ਨਾਲ ਖੜਕਾ ਹੁੰਦਾ ਰਹੇ ਅਤੇ ਪੰਛੀ ਜਿਹੜੇ ਹੈ, ਪਸ਼ੂ ਜਿਹੜੇ ਆ ਡਰਦੇ ਅੰਦਰ ਨਾ ਵੜਨ। ਇਸੇ ਤਰ੍ਹਾਂ ਹੀ ਭਗਤ ਕਬੀਰ ਸਾਹਿਬ ਜੀ ਕਹਿੰਦੇ, ਜਿਨ੍ਹਾਂ ਦੇ ਅੰਦਰ ਨਾਮ ਚੱਲਦਾ ਹੀ ਰਹਿੰਦਾ, ਨਾਮ ਦਾ ਵਾਜਾ ਵੱਜਦਾ ਹੀ ਰਹਿੰਦਾ, ਉਹਨਾਂ ਦੇ ਅੰਦਰ ਇਹ ਜਿਹੜੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਪਸ਼ੂਆਂ ਦੀ ਨਿਆਈ ਹੈ ਪ੍ਰਵੇਸ਼ ਨਹੀਂ ਕਰਦੇ, ਇਹ ਰੁਕੇ ਰਹਿੰਦੇ ਹੈ। ਕਿਉਂਕਿ ਅੰਦਰ ਮਨ ਜਿਹੜਾ ਉਹ ਪਰਮੇਸ਼ਰ ਦੇ ਨਾਮ ਦੇ ਵਿੱਚ ਜੁੜਿਆ ਹੋਇਆ, ਨਾਮ ਦੇ ਵਾਜੇ, ਗੁਰੂ ਕੀ ਪਾਵਨ ਬਾਣੀ ਦੇ ਸ਼ਬਦ ਚੱਲਦੇ ਆ, ਅਭਿਆਸ ਕਰਦੇ। ਅਤੇ ਜਿਹੜੇ ਵਿਸ਼ੇ ਵਿਕਾਰ ਹਨ, ਫਿਰ ਇਹ ਪਸ਼ੂਆਂ ਦੀ ਨਿਆਈ ਜਿਹੜੇ ਪ੍ਰਵੇਸ਼ ਨਹੀਂ ਕਰਦੇ। ਕੁੰਭ ਕਮਲ ਜਲ ਭਰਿਆ। ਭਗਤ ਕਬੀਰ ਸਾਹਿਬ ਜੀ ਕਹਿੰਦੇ, ਜਿਹੜਾ ਹਿਰਦੇ ਰੂਪੀ ਕੌਲ ਦਾ ਫੁੱਲ ਹੈ ਸਾਡਾ,
ਉਹ ਕੁੰਭ ਕਮਲ ਜਲ ਭਰਿਆ। ਉਹ ਇੱਕ ਘੜੇ ਦੀ ਨਿਆਈ ਹੈ ਅਤੇ ਉਹ ਜਿੰਨੇ ਵਾਸ਼ਨਾਵਾਂ ਹਨ ਇਹਨਾਂ ਦੇ ਪਾਣੀ ਦੇ ਨਾਲ ਭਰਿਆ ਹੋਇਆ। ਜਿਵੇਂ ਘੜਾ ਕੋਈ ਪੂਰਾ ਭਰਿਆ ਹੋਵੇ, ਇਸੇ ਤਰ੍ਹਾਂ ਹੀ ਜਿਹੜਾ ਸਾਡਾ ਹਿਰਦੇ ਰੂਪੀ ਕੌਲ ਹੈ ਉਹ ਜਿੰਨੇ ਵਿਸ਼ੇ ਵਿਕਾਰ ਹਨ ਇਹਨਾਂ ਦੀ ਵਾਸ਼ਨਾਵਾਂ ਦੇ ਨਾਲ ਭਰਿਆ ਪਿਆ ਹੈ। ਜਲ ਮੇਟਿਆ ਉਭਾ ਕਰਿਆ। ਕਹਿਣ ਲੱਗੇ ਫਿਰ ਉਸ ਘੜੇ ਨੂੰ ਕੀ ਕੀਤਾ? ਜਲ ਮੇਟਿਆ। ਉਹਦਾ ਜਲ ਕੱਢਣ ਵਾਸਤੇ ਉਸ ਨੂੰ ਟੇਢਾ ਕਰ ਦਿੱਤਾ। ਸਾਰਾ ਪਾਣੀ ਘੜੇ 'ਚੋਂ ਨਿਕਲ ਜਾਂਦਾ, ਖਾਲੀ ਹੋ ਜਾਂਦਾ ਘੜਾ, ਅਤੇ ਫਿਰ ਉਸ ਘੜੇ ਨੂੰ ਉੱਚੀ ਜਗ੍ਹਾ ਟੰਗ ਦਈਏ ਵੀ ਜਿੱਥੇ ਉਹਦੇ 'ਚ ਪਾਣੀ ਨਾ ਪਵੇ। ਇਸੇ ਤਰ੍ਹਾਂ ਹੀ ਭਗਤ ਕਬੀਰ ਸਾਹਿਬ ਜੀ ਕਹਿੰਦੇ ਜਲ ਮੇਟਿਆ। ਜਿੰਨੀਆਂ ਉਹ ਵਾਸ਼ਨਾਵਾਂ ਵਿਸ਼ੇ ਵਿਕਾਰ ਸਨ ਉਹ ਸਾਰਾ ਪਾਣੀ ਪਰਮੇਸ਼ਰ ਦੇ ਨਾਮ ਦੁਆਰਾ ਕੱਢ ਦਿੱਤਾ ਅੰਦਰੋਂ, ਘੜਾ ਖਾਲੀ ਕਰ ਦਿੱਤਾ ਅਤੇ ਉਭਾ ਕਰਿਆ। ਫਿਰ ਉਸ ਨੂੰ ਉੱਚਾ ਕਰ ਦਿੱਤਾ। ਭਾਵ ਕਿ ਇਹ ਜਿੰਨੇ ਵਿਸ਼ੇ ਵਿਕਾਰ ਹਨ ਇਹਨਾਂ ਪਦਾਰਥਾਂ ਵੱਲੋਂ ਮਨ ਨੂੰ ਉੱਚਾ ਕਰ ਲਿਆ, ਵੀ ਉੱਚਾ ਕਰਕੇ ਇਹਦੇ ਵਿੱਚ ਪਰਮੇਸ਼ਰ ਦਾ ਨਾਮ ਜਿਹੜਾ, ਭਗਤੀ ਜਿਹੜੀ ਉਹ ਟਿਕ ਜਾਏ, ਪੈ ਜਾਏ। ਕਹੋ ਕਬੀਰ ਜਨ ਜਾਣਿਆ। ਭਗਤ ਕਬੀਰ ਸਾਹਿਬ ਜੀ ਕਹਿੰਦੇ ਜਿਨ੍ਹਾਂ ਜਨਾਂ ਨੇ, ਸੇਵਕਾਂ ਨੇ ਜਾਣਿਆ ਉਸ ਪ੍ਰਭੂ ਪਰਮੇਸ਼ਰ ਨੂੰ, ਨਾਮ ਦੁਆਰਾ ਜਾਣ ਲਿਆ ਹਿਰਦੇ ਦੇ ਅੰਦਰ, ਜੋ ਜਾਣਿਆ ਤੋ ਮਨ ਮਾਨਿਆ। ਕਿ ਜਦੋਂ ਉਹਨਾਂ ਨੇ ਜਾਣ ਲਿਆ ਵੀ ਆਤਮਾ ਹੀ ਸਤ ਸਰੂਪ ਹੈ, ਸਰੀਰ ਨਾਸਵਾਨ ਹੈ, ਸਰੀਰ ਦੇ ਜਿੰਨੇ ਪਦਾਰਥ ਜੁੜਦੇ ਆ ਇਹ ਨਾਸਵਾਨ ਹਨ, ਫਿਰ ਉਹਨਾਂ ਦਾ ਮਨ ਮੰਨਿਆ ਉਸ ਪ੍ਰਭੂ ਪਰਮਾਤਮਾ ਦੇ ਵਿੱਚ। ਮਨ ਸੀ ਜਿਹੜਾ ਉਹ ਮੰਨ ਗਿਆ। ਜਦੋਂ ਜੀਵ ਕਿਸੇ ਚੀਜ਼ ਨੂੰ ਨਿਸ਼ਚੇ ਕਰ ਲਵੇ ਵੀ ਇਹ ਝੂਠੀ ਹੈ, ਇਹ ਸਾਥ ਨਹੀਂ ਨਿਭਣੀ, ਇਹਦੇ 'ਤੇ ਪੂਰਾ ਭਰੋਸਾ ਆ ਜਾਏ ਵੀ ਇਹ ਵਾਕਿਆ ਹੀ ਨਾਸਵਾਨ ਹੈ, ਫਿਰ ਇਹਦਾ ਮਨ ਜਿਹੜਾ ਉਹ ਪਰਮੇਸ਼ਰ ਦੇ ਨਾਮ ਦੇ ਵਿੱਚ, ਪਰਮਾਤਮਾ ਦੇ ਵਿੱਚ ਪੂਰਾ ਮੰਨ ਜਾਂਦਾ ਵੀ ਇਹ ਸੱਚ ਸਰੂਪ ਹੈ, ਇਹਦੇ ਦੁਆਰਾ ਮੇਰੀ ਕਲਿਆਣ ਹੈ, ਮੁਕਤੀ ਹੈ, ਮੇਰਾ ਭਲਾ ਹੈ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਮਨ ਮਾਨਿਆ। ਜਿਹੜਾ ਮਨ ਸੀ ਉਹ ਮੰਨ ਗਿਆ। ਮਨ ਨੂੰ ਹੀ ਮਨਾਉਣਾ ਸਭ ਤੋਂ ਔਖਾ ਹੈ। ਭਗਤ ਕਬੀਰ ਸਾਹਿਬ ਜੀ ਬਚਨ ਕਰਦੇ ਹਨ, ਸਤਿਗੁਰਾਂ ਦੀ ਪਾਵਨ ਬਾਣੀ ਦੇ ਬਚਨ ਹਨ, ਹਰ ਮਨ ਕੀ ਮਤ ਤਿਆਗੋ ਹਰ ਜਨ, ਇਹ ਹੈ ਬਾਤ ਕਠਿਨੀ। ਮਨ ਦੀ ਮੱਤ ਛਡਾਉਣੀ ਬੜੀ ਔਖੀ ਹੈ ਕਿ ਮਨ ਆਪਣੀ ਮੱਤ ਛੱਡ ਦੇਵੇ, ਆਪਣੀਆਂ ਆਦਤਾਂ ਛੱਡ ਦੇਵੇ। ਇਸ ਕਰਕੇ ਇਹਦੇ ਵਾਸਤੇ ਸਾਧਨ ਇਹੀ ਹੈ ਕਿ ਪਰਮੇਸ਼ਰ ਦਾ ਨਾਮ ਜਪੇ, ਬਾਣੀ ਪੜ੍ਹੇ, ਸੇਵਾ ਕਰੇ, ਮਨ ਨੂੰ ਵਿਹਲਾ ਨਾ ਰਹਿਣ ਦੇਵੇ। ਕਦੇ ਬਾਣੀ ਦੇ ਵਿੱਚ, ਕਦੇ ਸੇਵਾ ਦੇ ਵਿੱਚ, ਕਦੇ ਸਿਮਰਨ ਦੇ ਵਿੱਚ, ਕਦੇ ਧਾਰਮਿਕ ਪੁਸਤਕਾਂ ਪੜ੍ਹਨ ਦੇ ਵਿੱਚ, ਫਿਰ ਹੀ ਮਨ ਜਿਹੜਾ ਇਹ ਵਿਸ਼ੇ ਵਿਕਾਰਾਂ ਵੱਲੋਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਮੁੜਦਾ ਹੈ ਅਤੇ ਪਰਮੇਸ਼ਰ ਦੇ ਵੱਲ ਹੀ ਮੰਨਦਾ ਹੈ। ਇਸ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਨੇ ਇਹਨਾਂ ਪਾਵਨ ਪਵਿੱਤਰ ਸ਼ਬਦਾਂ ਰਾਹੀਂ ਆਪਾਂ ਨੂੰ ਸੁੰਦਰ ਵਿਚਾਰਾਂ ਦੀ ਬਖਸ਼ਿਸ਼ ਕੀਤੀ ਹੈ। ਇਹ ਪਾਵਨ ਪਵਿੱਤਰ ਉਪਦੇਸ਼ ਆਪਣੇ ਪੜ੍ਹਨ ਸੁਣਨ ਵਾਲਿਆਂ ਦੇ ਹਿਰਦਿਆਂ 'ਚ ਵਸਣ। ਹੋਈਆਂ ਭੁੱਲਾਂ ਚੁੱਕਾਂ ਦੀ ਮਾਫੀ। ਹੀਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ। ਕੁੰਭ ਕਮਲ ਜਲ ਭਰਿਆ, ਜਲ ਮੇਟਿਆ ਉਭਾ ਕਰਿਆ। ਕਹੋ ਕਬੀਰ ਜਬ ਜਾਣਿਆ, ਜੋ ਜਾਣਿਆ ਤੋ ਮਨ ਮਾਨਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਗੋਬਿੰਦ, ਹੇ ਗੋਪਾਲ, ਹੇ ਦਇਆਲ ਲਾਲ, ਪ੍ਰਾਨਨਾਥ ਅਨਾਥ ਸਖੇ, ਦੀਨ ਦਰਦ ਨਿਵਾਰ। ਹੇ ਸਮਰੱਥ ਅਗਮ ਪੂਰਨ, ਮੋਹਿ ਮਇਆ ਧਾਰ। ਅੰਧਕੂਪ ਮਹਾ ਭਿਆਨ, ਨਾਨਕ ਪਾਰ ਉਤਾਰ। ਆਏ ਪ੍ਰਭ ਸਰਣਾਗਤੀ, ਕਿਰਪਾ ਨਿਧ ਦਇਆਲ। ਏਕ ਅੱਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ। ਜਲ ਥਲ ਮਹੀਅਲ ਪੂਰਿਆ, ਸੁਆਮੀ ਸਿਰਜਣਹਾਰ। ਅਨਕ ਭਾਂਤ ਹੋਏ ਪਸਰਿਆ, ਨਾਨਕ ਏਕ ਓੰਕਾਰ। ਵਾਹਿਗੁਰੂ ਨਾਮ ਜਹਾਜ ਹੈ, ਚੜ੍ਹੇ ਸੋ ਉਤਰੇ ਪਾਰ।
ਜੋ ਸ਼ਰਧਾ ਕਰ ਸੇਵੰਦੇ ਪਾਰ ਉਤਾਰਨ ਹਾਰ। ਜੋ ਸ਼ਰਧਾ ਕਰ ਸੇਵੰਦੇ ਪਾਰ ਉਤਾਰਨ ਹਾਰ। ਤੂ ਠਾਕੁਰ ਤੁਮ ਪਹਿ